ਜਕਾਰਾ ਪਾਉਣਾ ਹਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਜਕਾਰਾ ਦੂਦਾ ਧਾਰੀ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ। ਇੱਕ ਲੜਕਾ ਆਪਣੀ ਜ਼ਿੰਦਗੀ 'ਚ ਬਹੁਤ ਦੁਖੀ ਆ, ਬਹੁਤ ਜ਼ਿਆਦਾ ਦੁਖੀ ਆ। ਪਰ ਦੁਖੀ ਕਿਉਂ ਆ? ਉਹਦੇ ਘਰ ਵਿੱਚ ਕੋਈ ਚੀਜ਼ਾਂ ਨਹੀਂ ਹੈਗੀਆਂ, ਸਾਜੋ ਸਮਾਨ ਨਹੀਂ ਹੈਗਾ। ਆਲੇ ਦੁਆਲੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਜਾਂਦਾ, ਰਿਸ਼ਤੇਦਾਰ ਬਹੁਤ ਅਮੀਰ ਵਾ ਪਰ ਉਹ ਲੜਕਾ ਬਹੁਤ ਗਰੀਬ ਆ। ਜਦੋਂ ਮੁਹੱਲੇ ਵਿੱਚ ਗੁਆਂਢੀਆਂ ਨੂੰ ਦੇਖਦਾ, ਉਹਨਾਂ ਕੋਲ ਵੀ ਬਹੁਤ ਵਧੀਆ ਵਧੀਆ ਚੀਜ਼ਾਂ ਆ ਪਰ ਉਸ ਲੜਕੇ ਕੋਲ ਹੈ ਨਹੀਂ। ਹਰ ਪਾਸੇ ਜਿੱਥੇ ਵੀ ਕੰਮਕਾਰ 'ਤੇ ਜਾਂਦਾ ਕੋਈ ਕੰਮ ਨਹੀਂ ਮਿਲਦਾ। ਜੇ ਕੋਈ ਕੰਮ ਕਰਦਾ ਉਹਦੇ ਵਿੱਚ ਬਰਕਤ ਨਹੀਂ ਪੈਂਦੀ। ਦੁਖੀ ਹੋ ਕੇ ਇੱਕ ਦਿਨ ਘਰੋਂ ਚਲਾ ਜਾਂਦਾ ਮਰਨ ਵਾਸਤੇ। ਕਹਿੰਦਾ ਹੁਣ ਮੈਂ ਜੀਣਾ ਨਹੀਂ, ਮਰਨਾ ਆ। ਇੱਕ ਉੱਚੇ ਪਰਬਤ ਉੱਤੇ ਚਲਾ ਜਾਂਦਾ। ਉਹਨੂੰ ਪਤਾ ਹੁੰਦਾ ਕਿ ਨੇੜੇ ਇੱਕ ਪਹਾੜੀ ਆ ਬਹੁਤ ਉੱਚੀ, ਉਹਦੇ ਥੱਲੇ ਪਾਣੀ ਆ। ਉਹਨੇ ਮਨ 'ਚ ਵਿਚਾਰ ਲਿਆਂਦਾ ਕਿ ਪਰਬਤ ਉੱਤੇ ਜਾ ਕੇ ਮੈਂ ਛਾਲ ਮਾਰ ਦੂੰਗਾ ਅਤੇ ਆਪਣੇ ਆਪ ਨੂੰ ਖ਼ਤਮ ਕਰ ਲਵਾਂਗਾ। ਇੰਨੇ ਨੂੰ ਕੀ ਦੇਖਦਾ, ਜਦੋਂ ਉੱਚੇ ਪਰਬਤ ਉੱਤੇ ਚੜ੍ਹ ਜਾਂਦਾ, ਇੱਕ ਬਾਬਾ ਜੀ ਸੰਤ ਸਾਧੂ ਉਸ ਪਰਬਤ ਉੱਤੇ ਪਹਿਲਾਂ ਹੀ ਬੈਠੇ ਹੋਏ ਆ। ਇੱਕ ਸਾਈਡ ਦੇ ਬ੍ਰਿਕਸ਼ ਦੇ ਥੱਲੇ ਉਹ ਸੰਤਾਂ ਨੂੰ ਦੇਖ ਕੇ ਉਹਦੀ ਜਿਹੜੀ ਅਵਸਥਾ ਹੁੰਦੀ ਮਰਨ ਦੀ ਉਹ ਚੇਂਜ ਹੋ ਜਾਂਦੀ ਆ। ਸੰਤਾਂ ਦੇ ਨਿਕਟ ਆਪੇ ਚਲਾ ਜਾਂਦਾ। ਬਾਬਾ ਜੀ ਨੇ ਉਹਨੂੰ ਬੁਲਾਇਆ ਨਹੀਂ, ਆਪਣੇ ਆਪ ਉਹਨਾਂ ਦੇ ਕੋਲ ਚਲਾ ਜਾਂਦਾ। ਜਾ ਕੇ ਹੱਥ ਜੋੜ ਕੇ ਬੈਠਦਾ। ਸੰਤਾਂ ਨੇ ਆਪਣੀ ਭਗਤੀ ਨਾਲ ਦੇਖ ਲਿਆ ਕਿ ਮਰਨਾ ਚਾਹੁੰਦਾ। ਉਹਨਾਂ ਨੇ ਉਹਨੂੰ ਕਿਹਾ ਕਿ ਪੁੱਤਰ, ਆਪਣੇ ਆਪ ਨੂੰ ਨਾ ਮਾਰ, ਮਨ ਨੂੰ ਮਾਰ ਲਾ। ਸੰਤਾਂ ਨੇ ਕਿਹਾ ਕਿ ਆਪਣੇ ਆਪ ਨੂੰ ਨਾ ਮਾਰ, ਮਨ ਨੂੰ ਮਾਰ। ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਮਰਨਾ ਚਾਹੁੰਦਾ। ਹੱਥ ਜੁੜ ਗਏ, ਜੁੱਤੀ ਲੈ ਗਈ, ਲੰਮਾ ਪੈ ਕੇ ਡੰਡੌਤ ਬੰਦਨਾ ਕੀਤੀ। ਕਹਿੰਦਾ ਮਹਾਰਾਜ, ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਦੁਖੀ ਹਾਂ। ਅਤੇ ਉਹ ਕਹਿੰਦੇ ਕੀ ਚਾਹੀਦਾ ਤੈਨੂੰ, ਕਾਹਤੇ ਮਰਨਾ ਚਾਹੁੰਦਾ? ਕਹਿੰਦਾ ਮਹਾਰਾਜ ਮੇਰੇ ਕੋਲ ਕੁਛ ਨਹੀਂ ਹੈਗਾ ਘਰ ਵਿੱਚ, ਨਾ ਖਾਣ ਨੂੰ ਆ, ਨਾ ਪਹਿਨਣ ਨੂੰ ਆ, ਨਾ ਸਾਡੇ ਘਰ ਵਿੱਚ ਚੀਜ਼ਾਂ ਆ। ਉਹ ਸੰਤ ਕਹਿੰਦੇ ਮਰਨਾ, ਵਾਪਸ ਚਲਾ ਜਾ ਘਰ ਨੂੰ, ਕਿ ਸਾਡਾ ਆਸ਼ੀਰਵਾਦ ਆ ਕਿ ਤੇਰੇ ਦਿਨ ਬਦਲਣ ਵਾਲੇ ਆ। ਕੋਈ ਸਮਾਂ ਹੋਰ ਰੁਕ, ਆਪਣੇ ਆਪ ਨੂੰ ਨਾ ਮਾਰ ਪੁੱਤ, ਮਨ ਨੂੰ ਮਾਰ ਲੈਣਾ। ਇੰਨਾ ਕਿਹਾ ਸੰਤ ਹੁਣ ਅੱਗੇ ਵੱਧ ਗਏ ਅਤੇ ਉਹ ਪਿੱਛੇ ਆਪਣੇ ਨਗਰ ਨੂੰ ਵਾਪਸ ਆ ਜਾਂਦਾ। ਕੀ ਦੇਖਦਾ, ਉਹਨੂੰ ਇੱਕ ਰਸਤੇ ਵਿੱਚ ਇੱਕ ਵਪਾਰੀ ਮਿਲਦਾ। ਉਹਦਾ ਵਪਾਰੀ ਹੁੰਦਾ ਉਹ ਬਹੁਤ ਅਮੀਰ ਹੁੰਦਾ। ਵਪਾਰੀ ਨੇ ਉਹਨੂੰ ਕੰਮ ਦੇ ਦਿੱਤਾ। ਉਹ ਕਹਿੰਦਾ ਤੂੰ ਆਹ ਕਰਿਆ ਕਰ, ਇੱਦਾਂ ਕਰ, ਇੱਦਾਂ ਕਰ। ਹੌਲੀ ਹੌਲੀ ਉਹਦੇ ਕੋਲ ਧਨ ਆਉਣਾ ਸ਼ੁਰੂ ਹੋ ਜਾਂਦਾ। ਜਦੋਂ ਧਨ ਆਉਂਦਾ ਉਹ ਇੱਕ ਘੋੜਾ ਖਰੀਦ ਲੈਂਦਾ। ਘੋੜੇ ਦੇ ਨਾਲ ਥੋੜ੍ਹਾ ਵਪਾਰ ਕਰਦਾ, ਕੁਛ ਲੱਕੜਾਂ, ਕੁਛ ਸਮੱਗਰੀ, ਰੇੜਾ ਜਿਹਾ ਬਣਾ ਲੈਂਦਾ। ਉਹਦੇ ਵਿੱਚ ਘੋੜੇ ਨੂੰ ਆਪਣੇ ਨੂੰ ਫਿੱਟ ਕਰਦਾ ਅਤੇ ਲੈ ਕੇ ਰੋਜ਼ ਸ਼ਹਿਰ ਵਿੱਚ ਕੁਛ ਚੀਜ਼ਾਂ ਵੇਚਣ ਜਾਂਦਾ। ਆ ਜਾਂਦਾ, ਚਲਾ ਜਾਂਦਾ। ਸਮਾਂ ਪੈਂਦਾ, ਉਸ ਲੜਕੇ ਦਾ ਜਿਹੜਾ ਘਰ ਹੁੰਦਾ ਉਹ ਵੀ ਹੌਲੀ ਹੌਲੀ ਬਣਨਾ ਸ਼ੁਰੂ ਹੋ ਜਾਂਦਾ। ਕੁਛ ਚੀਜ਼ਾਂ ਬਣਨ ਲੱਗ ਪੈਂਦੀਆਂ। ਹੋਰ ਸਮਾਂ ਉਹਦੀ ਜ਼ਿੰਦਗੀ 'ਚ ਬਤੀਤ ਹੁੰਦਾ ਅਤੇ ਵਪਾਰੀ ਉਹਨੂੰ ਪੈਸੇ ਦੇ ਦਿੰਦਾ। ਉਹ ਕਹਿੰਦਾ ਵੀ ਤੂੰ ਬਹੁਤ ਸੋਹਣਾ ਵਪਾਰ ਕਰਦਾ, ਹੁਣ ਤੂੰ ਆਪਣਾ ਵਪਾਰ ਕਰਨਾ ਸ਼ੁਰੂ ਕਰ ਦੇ। ਫਿਰ ਆਪਣਾ ਵਪਾਰ ਕਰਨਾ ਸ਼ੁਰੂ ਕਰਦਾ। ਸਮਾਂ ਪੈਂਦਾ, ਉਹਦੀ ਸ਼ਾਦੀ ਹੋ ਜਾਂਦੀ ਹੈ। ਜਦੋਂ ਉਹਦਾ ਵਿਆਹ ਹੁੰਦਾ, ਵਿਆਹ ਹੋਣ ਤੋਂ ਉਪਰੰਤ ਉਹਦੇ 2 ਬੱਚੇ ਪੈਦਾ ਹੋ ਜਾਂਦੇ ਆ, ਇੱਕ ਲੜਕਾ ਅਤੇ ਇੱਕ ਲੜਕੀ। ਆਪਣੀ ਪਤਨੀ ਨੂੰ ਨਾਲ ਲੈ ਕੇ ਜੰਗਲ ਵਿੱਚ ਜਾਂਦਾ। ਇੱਕ ਛੋਟਾ ਜਿਹਾ ਘਰ ਬਣਾ ਲੈਂਦਾ। ਇੱਕ ਸੁੰਦਰ ਜੰਗਲ ਹੁੰਦਾ। ਜੰਗਲ ਦੇ ਨੇੜੇ ਇੱਕ ਨਦੀ ਚੱਲਦੀ ਆ। ਨਦੀ ਵਿੱਚ ਝਰਨੇ ਡਿੱਗਦੇ ਆ, ਫੁੱਲੇ ਹੀ ਫੁੱਲ ਖਿੜੇ ਹੋਏ ਆ, ਹਰਿਆਲੀ ਹਰਿਆਲੀ ਆ। ਕਿਉਂਕਿ ਉਹਦੇ ਕੋਲ ਪੈਸਾ ਹੁੰਦਾ। ਹੁਣ ਇੱਕ ਛੋਟਾ ਜਿਹਾ ਘਰ ਬਣਾਉਂਦਾ। ਆਪਣੀ ਲੜਕੇ ਨੂੰ ਘੋੜੇ ਦੇ ਉੱਤੇ ਬਿਠਾਲ ਕੇ ਕਦੀ ਐਂ ਨੂੰ ਦੌੜਾਉਂਦਾ, ਕਦੀ ਐਂ ਨੂੰ ਦੌੜਾਉਂਦਾ। ਪਤਨੀ ਵੀ ਬਹੁਤ ਸੁੰਦਰ ਹੁੰਦੀ ਆ। ਜੋ ਉਹਨੂੰ ਜੀਵਨ ਯਾਤਰਾ ਦੇ ਵਿੱਚ ਚਾਹੀਦਾ ਹੁੰਦਾ ਉਹ ਛੋਟੇ ਘਰ ਵਿੱਚ ਸਾਰੀਆਂ ਚੀਜ਼ਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ।
ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ, ਆਪਣਾ ਖੁਸ਼ੀ ਜੀਵਨ ਬਤੀਤ ਕਰਦਾ ਹੁੰਦਾ। ਹੁਣ ਜਿਹੜੇ ਉਹਦੇ ਮਨ ਵਿੱਚ ਅਭਿਲਾਸ਼ਾ ਰਹਿੰਦੀ ਹੈ ਕਿ ਮੈਂ ਹੋਰ ਅਮੀਰ ਹੋ ਜਾਵਾਂ, ਸਮਾਂ ਪੈਂਦਾ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਕਈ ਸਾਧੂ ਸੰਤਾਂ ਕੋ ਜਾਣ ਲੱਗ ਪੈਂਦਾ। ਆਪ ਜਦੋਂ ਜਾਂਦਾ ਸਾਧੂਆਂ ਕੋ, ਕਹਿੰਦਾ ਮੈਂ ਅਮੀਰ ਹੋਣਾ ਚਾਹੁੰਦਾ, ਕੋਈ ਉਹਦੇ ਕੋ ਕਿਸੇ ਤਰ੍ਹਾਂ ਪੈਸੇ ਲੈ ਲੈਂਦਾ, ਕੋਈ ਕਹਿੰਦਾ ਅਸੀਂ ਤੇਰੇ ਨਾਂ ਦਾ ਪਾਠ ਕਰਾਂਗੇ, ਕੋਈ ਕਹਿੰਦਾ ਮੈਂ ਤੇਰੇ ਨਾਂ ਦਾ ਅੱਜ ਕੀਰਤਨ ਕਰੂੰਗਾ। ਜਿੱਦਾਂ ਹੁਣ ਅਸੀਂ ਬਾਬਾ ਜੀ ਦਾ ਪਾਠ ਕਰਦੇ ਹਾਂ ਨਾ, ਸਲੇਰਨ ਧਾਮ, ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ, ਅਸੀਂ ਆਪਣੀ ਭਗਤੀ ਕਰਦੇ ਹਾਂ, ਨਾ ਅਸੀਂ ਕਿਸੇ ਦੀ ਅਰਦਾਸ ਕਰਦੇ ਹਾਂ, ਨਾ ਕਿਸੇ ਤੋਂ ਕੁਝ ਮੰਗਦੇ ਹਾਂ। ਅਸੀਂ ਆਪਣੇ ਲਈ ਕਰਦੇ ਹਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਹੁਣ ਜਿਹੜੇ ਸਾਧੂ ਕਹਿੰਦੇ ਆ ਕਿ ਮੈਂ ਤੁਹਾਡੇ ਲਈ ਇੰਨੇ ਗਾਇਤਰੀ ਮੰਤਰ ਦੇ ਪਾਠ ਕਰੂੰਗਾ ਜਾਂ ਬਾਬਾ ਜੀ ਨਾਂ ਦੀਆਂ ਇੰਨੀਆਂ ਮਾਲਾ ਦੇ ਪਾਠ ਕਰ ਦੂੰਗਾ, ਬਹੁਤ ਆ। ਕੋਈ ਕਹਿੰਦਾ ਓਮ ਸਿੱਧੇ ਨਮಃ ਦੇ ਮੈਂ ਪਾਠ ਕਰੂੰਗਾ, ਤੇਰੇ ਲਈ ਲੱਖ ਪਾਠ ਕਰ ਦੂੰਗਾ, ਤੇਰੀ ਤਕਦੀਰ ਬਦਲ ਜਾਊਗੀ। ਤੁਸੀਂ ਹੁਣ ਸਵੈਂ ਵਿਚਾਰ ਕਰਿਓ, ਪੈਸੇ ਦੇ ਕੇ ਜੇ ਤੁਸੀਂ ਕਿਸੇ ਨੂੰ ਪੈਸੇ ਦਿੰਦੇ ਕਿ ਮੇਰੇ ਲਈ ਪਾਠ ਕਰ ਦੇ, ਤੁਸੀਂ ਆਪਣੇ ਲਈ ਕਿੰਨਾ ਕੁ ਪਾਠ ਕਰਦੇ ਆ। ਇਸ ਕਰਕੇ ਉਸ ਲੜਕੇ ਦਾ ਜਿਹੜਾ ਧਨ ਸੀ, ਉਹ ਸਾਧੂ ਸੰਤਾਂ ਨੇ, ਉਹ ਪੂਰਨ ਸਾਧੂ ਨਹੀਂ ਸੀਗੇ ਨਾ, ਉਹਨਾਂ ਨੇ ਉਹਦੇ ਕੋ ਕਈ ਚੇਲਿਆਂ ਕੋ ਜਾਂਦਾ, ਕਿਸੇ ਨੇ ਕਹਿਤਾ ਆਹ ਤਵੀਤ ਰੱਖ ਲਾ ਤੇਰੀ ਤਕਦੀਰ ਬਦਲ ਜਾਊਗੀ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਹੌਲੀ ਉਹਦੇ ਕੋਲ ਜਿਹੜਾ ਧਨ ਕਮਾਇਆ ਸੀ ਉਹ ਸਾਰਾ ਨਸ਼ਟ ਹੋ ਗਿਆ। ਉਹ ਬਾਬਾ ਜੀ ਲੈਣ ਦੇ ਵਿੱਚ ਸਾਧੂ ਹੀ ਲੈ ਗਏ। ਇਹ ਕਹਾਣੀਆਂ ਸਾਨੂੰ ਵੀ ਬਾਬਾ ਜੀ ਦੱਸਦੇ ਆ ਕਿ ਕਿੱਦਾਂ ਹੋਣੀ ਹੈ ਨਾ ਜੀਵਨ ਦੇ ਵਿੱਚ। ਹੁਣ ਅੱਗੇ ਤੁਸੀਂ ਦੇਖਿਓ, ਫਿਰ ਉਹ ਜਿਹੜਾ ਲੜਕਾ ਹੁੰਦਾ, ਜਦੋਂ ਸਮਾਂ ਪੈਂਦਾ ਕਿਸੇ ਕੋ ਜਾਂਦਾ, ਘੋੜਾ ਵੀ ਵਿਕ ਜਾਂਦਾ ਉਹਦਾ। ਜਿਸ ਘੋੜੇ ਕਾਰਨ ਉਹ ਅਮੀਰ ਹੁੰਦਾ ਨਾ, ਹੌਲੀ ਧਨ ਕਮਾਉਂਦਾ, ਉਹ ਘੋੜਾ ਵੀ ਵੇਚ ਦਿੰਦਾ, ਸਭ ਕੁਝ ਨਸ਼ਟ ਹੋ ਜਾਂਦਾ। ਫਿਰ ਉਹ ਇੱਦਾਂ ਹੀ ਭਟਕਦਾ ਬਹੁਤ ਖੁਸ਼ਹਾਲ ਜ਼ਿੰਦਗੀ ਸੀ, ਘੋੜਾ ਵੀ ਸੀ, ਬੱਚੇ ਵੀ ਸੀ, ਪਤਨੀ ਵੀ ਸੀ, ਬਹੁਤ ਖੁਸ਼ਹਾਲ ਜ਼ਿੰਦਗੀ। ਪਰ ਫਿਰ ਦੁਖੀ ਹੋ ਕੇ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਮੇਰੇ ਕੋ ਆ ਜਾਏ, ਮੇਰੀ ਜ਼ਮੀਨ ਵੱਡੀ ਹੋ ਜਾਵੇ, ਮੇਰੇ ਕੋ ਹੋਰ ਖੇਤ ਚਾਹੀਦੇ ਆ, ਮੈਨੂੰ ਪ੍ਰਾਪਰਟੀ ਜ਼ਿਆਦਾ ਚਾਹੀਦੀ ਆ। ਇੱਦਾਂ ਹੀ ਰਾਤ ਦਿਨ ਦੇ ਮਨ ਵਿੱਚ ਅਭਿਲਾਸ਼ਾ ਰਹਿੰਦੀ। ਇੱਕ ਦਿਨ ਫਿਰ ਇੱਦਾਂ ਹੀ ਭਟਕਦਾ ਕਿਸੇ ਮਹਾਂਪੁਰਸ਼ਾਂ ਕੋਲ ਜਾਂਦਾ, ਜਿਹੜੇ ਉਹਨੂੰ ਪਹਿਲਾਂ ਸਾਧੂ ਮਿਲੇ ਸੀਗੇ, ਜਿਨ੍ਹਾਂ ਨੇ ਕਿਹਾ ਸੀ ਮਨ ਨੂੰ ਮਾਰ, ਆਪਣੇ ਆਪ ਨੂੰ ਨਾ ਮਾਰ। ਉਹ ਉਹਨੂੰ ਫੇਰ ਮਿਲ ਪਾਉਂਦੇ ਆ। ਉਹਨਾਂ ਕੋਲ ਕਹਿੰਦਾ ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਆ, ਮੈਂ ਅਮੀਰ ਹੋਣਾ ਚਾਹੁੰਦਾ, ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਜ਼ਿਆਦਾ ਚਾਹੀਦੀ ਆ, ਮੇਰੀ ਅਭਿਲਾਸ਼ਾ ਹੈ ਕਿ ਮੈਂ ਅਮੀਰ ਹੋਵਾਂ, ਕਹਿੰਦੇ ਕੋਈ ਰਸਤਾ ਬਤਾਓ। ਉਹ ਬਾਬਾ ਜੀ ਕਹਿਣ ਲੱਗੇ, ਉਹ ਸੰਤਾਂ ਨੇ ਕਿਹਾ, ਕਹਿੰਦੇ ਪੁੱਤਰ ਤੇਰੀ ਖੁਸ਼ੀਆਂ ਭਰੀ ਜ਼ਿੰਦਗੀ ਆ, ਛੱਡ ਰਹਿਣ ਦੇ, ਕਹਿੰਦੇ ਅਮੀਰ ਹੋ ਕੇ ਕੀ ਲੈਣਾ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਬਸ ਧਨ ਚਾਹੀਦਾ ਤੇ ਜ਼ਮੀਨ ਚਾਹੀਦੀ ਹੈ। ਉਹ ਕਹਿੰਦੇ ਫਿਰ ਇੱਦਾਂ ਕਰ, ਜੇ ਬਹੁਤ ਜ਼ਿਆਦਾ ਅਮੀਰ ਹੋਣਾ ਤਾਂ ਸੰਸਾਰ ਦਾ ਜਿਹੜਾ ਸਭ ਤੋਂ ਵੱਡਾ ਮਾਇਆਪਤੀ ਆ, ਕਹਿੰਦੇ ਉਹਦੀ ਭਗਤੀ ਕਰਨ ਲੱਗ ਪਾ। ਉਹ ਕਹਿੰਦੇ ਵਿਸ਼ਨੂੰ ਭਗਵਾਨ ਦੀ ਭਗਤੀ ਕਰ, ਨਾਰਾਇਣ ਦੀ ਭਗਤੀ ਕਰ, ਤੈਨੂੰ ਉਹੀ ਅਮੀਰ ਕਰ ਸਕਦੇ ਆ। ਫਿਰ ਦੇਖੋ ਸੰਤਾਂ ਨੇ ਉਹਨੂੰ ਭਗਤੀ ਵੱਲ ਨੂੰ ਜੋੜ ਦਿੱਤਾ ਨਾ। ਫਿਰ ਉਹਨੇ ਘਰ-ਬਾਰ ਛੱਡ ਦਿੱਤਾ, ਪਤਨੀ ਵੀ ਛੱਡ ਦਿੱਤੀ, ਇੱਕ ਘਣੇ ਜੰਗਲ ਵਿੱਚ ਜਾ ਕੇ ਘੋਰ ਤਪੱਸਿਆ ਕੀਤੀ, ਬਹੁਤ ਜ਼ਿਆਦਾ ਤਪ ਕੀਤਾ, ਬਹੁਤ ਜ਼ਿਆਦਾ। ਨਾ ਪਤਨੀ ਦੇਖੀ, ਨਾ ਬੱਚੇ ਦੇਖੇ, ਮੁੜ ਕੇ ਘਰ ਨੂੰ ਹੀ ਨਹੀਂ ਆਇਆ। ਕਈ ਵਰਸ਼ਾਂ ਤੱਕ ਤਪ ਕਰਦਾ ਰਿਹਾ। ਇੱਕ ਦਿਨ ਸਵੈਮ ਨਾਰਾਇਣ ਖੁਸ਼ ਹੋ ਕੇ ਉਹਨੂੰ ਵਰਦਾਨ ਦੇਣ ਲਈ ਆ ਗਏ, ਕਹਿੰਦੇ ਉੱਠ ਭਗਤਾ, ਦੱਸ ਤੇਰੀ ਕੀ ਅਭਿਲਾਸ਼ਾ ਆ। ਜਦੋਂ ਉੱਠ ਕੇ ਵਿਸ਼ਨੂੰ ਭਗਵਾਨ ਨੂੰ, ਮਾਇਆਪਤੀ ਨੂੰ ਦੇਖਦਾ, ਜਿਹਦਾ ਸਾਰਾ ਸੰਸਾਰ ਦੀ ਮਾਇਆ ਦੇ ਰਚਨਾਕਾਰ ਵਾ, ਜਦੋਂ ਉਹਨਾਂ ਦੇ ਦਰਸ਼ਨ ਹੁੰਦੇ ਉਹਨੂੰ ਹੱਥ ਜੋੜ ਲੈਂਦਾ ਤਾਂ ਕਹਿੰਦੇ ਮੰਗ ਕੀ ਮੰਗਦਾ। ਕਹਿੰਦਾ ਇਹ ਤੇਰੇ ਤੋਂ ਖੁਸ਼ ਆ। ਕਹਿੰਦਾ ਮਹਾਰਾਜ ਮੈਨੂੰ ਜ਼ਮੀਨ ਚਾਹੀਦੀ ਹੈ, ਬਹੁਤ ਜ਼ਿਆਦਾ ਵੱਡੀ। ਭਗਵਾਨ ਉਹਨੂੰ ਕਹਿਣ ਲੱਗੇ ਕਿ ਇੰਨੀ ਜ਼ਮੀਨ ਲੈ ਕੇ ਕੀ ਕਰਨਾ ਤੂੰ। ਉਹ ਕਹਿੰਦੇ ਜਿੱਦਾਂ ਹੁਣ ਡੱਡੂ ਬੈਠਾ ਹੁੰਦਾ ਨਾ ਖੂਹ 'ਚ, ਤਾਂ ਕਹਿੰਦੇ ਉਹਦੇ ਲਈ ਉਹਨੂੰ ਆਪਣਾ ਸੰਸਾਰ ਲੱਗਦਾ ਕਿ ਮੇਰਾ ਬਹੁਤ ਵੱਡਾ ਸੰਸਾਰ ਹੈ ਨਾ। ਜ਼ਮੀਨ ਭਗਵਾਨ ਕਹਿਣ ਲੱਗੇ ਤੁਹਾਡਾ ਦ੍ਰਿਸ਼ਟੀਕੋਣ ਆ, ਜੇ ਸਬਰ ਹੋਣਾ ਹੋਵੇ ਥੋੜ੍ਹੀ ਨਾ ਵੀ ਹੋ ਜਾਣਾ, ਨਹੀਂ ਹੋਣਾ ਤਾਂ ਜ਼ਿਆਦਾ ਨਾ ਵੀ ਨਹੀਂ ਹੋਣਾ।
ਭਗਵਾਨ ਉਹਨੂੰ ਸਮਝਾਉਂਦੇ ਆ, ਪਰ ਉਹਦੀ ਲਾਲਸਾ, ਉਹ ਕਹਿੰਦਾ ਮਹਾਰਾਜ ਤੁਸੀਂ ਮੇਰੀ ਭਗਤੀ ਤੋਂ ਖੁਸ਼ ਆ ਕੇ ਆਏ ਆ, ਬਸ ਮੈਨੂੰ ਵਰਦਾਨ ਦਿਓ ਕਿ ਮੇਰੇ ਕੋਲ ਜ਼ਮੀਨ ਹੋਵੇ। ਭਗਵਾਨ ਨੇ ਬਥੇਰਾ ਸਮਝਾਇਆ ਪਰ ਨਹੀਂ। ਫਿਰ ਵਿਸ਼ਨੂੰ ਭਗਵਾਨ ਕਹਿਣ ਲੱਗੇ, ਕਹਿੰਦੇ ਅੱਜ ਸੂਰਜ ਛਿਪਣ ਤੱਕ, ਅੱਜ ਕਹਿੰਦੇ ਸੂਰਜ ਛਿਪਣ ਤੱਕ ਜਿੰਨੀ ਵੀ ਜ਼ਮੀਨ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਓਗੇ ਉਹ ਤੁਹਾਡੀ, ਜਿਹੜੀ ਤੁਸੀਂ ਨਹੀਂ ਦੇਖ ਸਕੋਗੇ ਉਹ ਤੁਹਾਡੀ ਨਹੀਂ ਹੋਗੀ। ਤਾਂ ਇੰਨੇ ਨੂੰ ਨੇ ਹੱਥ ਜੋੜੇ ਤਾਂ ਭਗਵਾਨ ਤਥਾਸਤੂ ਕਹਿ ਕੇ ਅਦ੍ਰਿਸ਼ ਹੋ ਗਏ। ਫਿਰ ਹੁਣ ਉਸ ਭਗਤ ਕੋਲ ਉਹਨੇ ਦੇਖਿਆ ਹੁਣ ਸਮਾਂ ਘੱਟ ਵਾ, ਸੂਰਜ ਛਿਪ ਜਾਣਾ ਅੱਜ ਸ਼ਾਮ ਨੂੰ, ਬਲਕਿ ਉਹਨੂੰ ਜਿਹੜੇ ਦਰਸ਼ਨ ਹੋਏ ਆ ਸਵੇਰੇ ਸਵੇਰੇ ਹੋਏ ਆ, ਬਹੁਤ ਟਾਈਮ ਸੀ ਉਹਦੇ ਕੋਲ। ਫਿਰ ਉਹ ਦੌੜਦਾ ਭੱਜਦਾ ਚਾਰੇ ਦਿਸ਼ਾਵਾਂ ਵਿੱਚ, ਕਦੀ ਐਂ ਨੂੰ ਦੌੜ ਜਾਂਦਾ, ਕਦੀ ਐਂ ਨੂੰ ਦੌੜ ਜਾਂਦਾ, ਕਿਉਂਕਿ ਉਹਦੇ ਕੋਲ ਵਰਦਾਨ ਹੁੰਦਾ ਕਿ ਜਿੰਨਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਲਓਗੇ ਉਹ ਜ਼ਮੀਨ ਤੁਹਾਡੀ ਹੋ ਜਾਊਗੀ। ਕਦੀ ਸੱਜੇ ਪਾਸੇ ਦੌੜਦਾ, ਕਦੀ ਖੱਬੇ ਪਾਸੇ ਦੌੜਦਾ, ਕਦੀ ਚੜ੍ਹਾਈ ਚੜ੍ਹ ਜਾਂਦਾ, ਕਦੀ ਉਤਰਾਈ ਉਤਰ ਜਾਂਦਾ, ਨੱਠੀ ਜਾਂਦਾ ਨੱਠੀ ਜਾਂਦਾ। ਜ਼ਮੀਨ ਦੀ ਲਾਲਸਾ ਵਿੱਚ ਉਹਨੇ ਆਪਣਾ ਸਰੀਰ ਵੀ ਨਹੀਂ ਦੇਖਿਆ, ਭੁੱਖ ਵੀ ਨਹੀਂ ਦੇਖੀ, ਨਾ ਰੋਟੀ ਖਾਧੀ। ਤੇ ਜਦੋਂ ਸ਼ਾਮ ਪੈਂਦੀ ਉਹਦਾ ਜਿਹੜਾ ਸਰੀਰ ਸੀ ਉਹਦਾ ਸਾਹ ਛੱਡ ਜਾਂਦਾ। ਸ਼ਾਮ ਵੇਲੇ ਉਹਦੀ ਮ੍ਰਿਤੂ ਹੋ ਗਈ, ਕਿਉਂਕਿ ਨਾ ਉਹਨੇ ਪਾਣੀ ਪੀਤਾ ਨਾ ਰੋਟੀ ਖਾਧੀ। ਜੇ ਤੁਸੀਂ, ਬਾਬਾ ਜੀ ਕਹਿੰਦੇ ਆ ਹੁਣ ਇਹਦਾ ਜ਼ਿੰਦਗੀ ਦਾ ਉਹਦੀ ਨਿਚੋੜ ਆ, ਜਿਸ ਘੋੜੇ ਕਰਕੇ ਉਹ ਅਮੀਰ ਹੋਇਆ ਸੀ ਪਹਿਲਾਂ, ਜੇ ਹੁਣ ਉਹਦੇ ਕੋਲ ਉਸ ਵੇਲੇ ਘੋੜਾ ਹੁੰਦਾ, ਆਪਣੇ ਘੋੜੇ ਤੇ ਬੈਠਦਾ, ਫਟਾਫਟ ਜਿੰਨੀ ਮਰਜ਼ੀ ਜ਼ਮੀਨ ਦੇਖ ਲੈਂਦਾ, ਉਹ ਸਾਰੀ ਉਹਦੀ ਹੋ ਜਾਣੀ ਸੀ। ਉਹਨੂੰ ਇਹ ਸੀਗਾ ਆ ਵੀ ਮੇਰਾ ਹੋ ਗਿਆ, ਆ ਵੀ ਮੇਰਾ ਹੋ ਗਿਆ, ਆ ਵੀ ਮੇਰਾ ਹੋ ਗਿਆ। ਬਾਬਾ ਜੀ ਕਹਿੰਦੇ ਜੇ ਤੁਸੀਂ ਸੱਚੀ ਭਗਤੀ ਕਰਦੇ ਆ, ਸੱਚਾ ਪ੍ਰੇਮ ਕਰਦੇ ਆ, ਸਭ ਕੁਝ ਤੁਹਾਡਾ ਹੀ ਆ। ਜਿੱਦਾਂ ਹੁਣ ਸਾਡਾ ਜਨਮ ਤੋਂ ਨਾ ਕੋਈ ਭਰਾ ਆ, ਨਾ ਤਾਇਆ, ਨਾ ਚਾਚਾ, ਪਿਤਾ ਜੀ ਵੀ ਛੋਟੀ ਉਮਰ 'ਚ ਪੂਰੇ ਹੋ ਗਏ। ਅਸੀਂ ਜੀਵਨ ਦੇ ਵਿੱਚ ਕਿਸੇ ਤੋਂ ਮੱਥਾ ਨਹੀਂ ਟਿਕਾਇਆ, ਕੋਈ ਪੈਸਾ ਨਹੀਂ ਮੰਗਦੇ। ਜੋ ਬਾਬਾ ਜੀ ਦੇ ਦਰਬਾਰ ਤੇ ਚੜ੍ਹਦਾ ਆ ਉਹਦੇ ਨਾਲ ਹੀ ਲੰਗਰ ਚਲਾਉਂਦੇ ਆ, ਉਹਦੇ ਨਾਲ ਹੀ ਬਿਲਡਿੰਗ ਬਣਾਉਂਦੇ ਆ। 24 ਘੰਟੇ ਚੱਕ ਸਾਧੂ ਲੰਗਰ ਚੱਲ ਰਿਹਾ, ਸੰਗਤ ਆਈ ਜਾਂਦੀ ਜਾਈ ਜਾਂਦੀ, ਲੰਗਰ ਖਾ ਖਾ ਜਾਈ ਜਾਂਦੀ ਆ। ਅਸੀਂ ਲਾਲਸਾ ਨਹੀਂ ਰੱਖੀ ਹੋਈ, ਕਿਉਂਕਿ ਨਾਲ ਤਾਂ ਜਾਣਾ ਹੀ ਕੁਛ ਨਹੀਂ। ਉਸ ਭਗਤ ਨੇ ਲਾਲਚ ਬਹੁਤ ਕੀਤਾ। ਲਾਲਚ ਜਿਹੜੀ ਆ ਬੁਰੀ ਬਲਾ ਆ, ਉਹ ਥੋੜੀ ਨਾ ਵੀ ਸਬਰ ਕਰ ਸਕਦਾ ਸੀ, ਉਹਨੇ ਨਾ ਖੁਸ਼ ਹੋ ਸਕਦਾ ਸੀ, ਕਿਉਂਕਿ ਬਲਕਿ ਉਹਦਾ ਜੀਵਨ ਬਹੁਤ ਖੁਸ਼ੀਆਂ ਭਰਿਆ ਸੀਗਾ। ਜਦੋਂ ਉਹਦੇ ਕੋਲ ਘੋੜਾ ਸੀਗਾ, ਬੱਚੇ ਵੀ ਸੀ, ਉਸਲੇ ਪਤਨੀ ਵੀ ਸੀ। ਫਿਰ ਨਾ ਬੱਚੇ ਰਹੇ ਨਾ ਪਤਨੀ ਰਹੀ, ਉਹਨੇ ਦੇਖਿਆ ਹੀ ਨਹੀਂ ਮੁੜ ਕੇ ਕਿ ਮੇਰੇ ਬੱਚੇ ਕਿੱਥੇ ਚਲੇ ਗਏ, ਪਤਨੀ ਕਿੱਥੇ ਚਲੇ ਗਈ। ਬਸ ਲਾਲਚ ਦੇ ਵਿੱਚ ਧਨ ਦੌਲਤ ਵੀ ਗਵਾ ਬੈਠਾ, ਧੀਆਂ ਪੁੱਤਰ ਵੀ ਗਵਾਚ ਗਏ, ਸਭ ਕੁਝ ਨਸ਼ਟ ਕਰ ਲਿਆ। ਫਿਰ ਐਂਡ ਤੇ ਜ਼ਮੀਨ ਤਾਂ ਸੀਗੀ ਉਹਦੇ ਕੋਲ, ਇੱਦਾਂ ਦੀ ਗੱਲ ਨਹੀਂ, ਜ਼ਮੀਨ ਸੀਗੀ, ਪਰ ਉਨੀ ਜ਼ਮੀਨ ਸੀ ਜਿੰਨੀ ਉਹਦੇ ਉੱਤੇ ਉਹਦਾ ਸਰੀਰ ਪਿਆ ਸੀ। ਫਿਰ ਉਹਦੀ ਮ੍ਰਿਤੂ ਹੋ ਗਈ। ਇਸ ਕਰਕੇ ਪਰਮਾਤਮਾ ਵੀ, ਬਾਬਾ ਜੀ ਸਾਰਾ ਕਲਾ ਸੰਪੂਰਨ ਆ, ਸਭ ਕੁਝ ਦੇਖਦੇ ਆ। ਤੁਸੀਂ ਚਾਹੁੰਦੇ ਕੀ ਆ, ਤੁਹਾਡੀ ਮੰਗ ਕੀ ਆ। ਛੋਟੀ ਉਮਰ ਦੇ ਵਿੱਚ ਹੀ ਉਹਦੇ ਕੋਲ ਝੱਲ ਨਹੀਂ ਸੀ ਹੁੰਦਾ ਕਿ ਸਾਡੇ ਰਿਸ਼ਤੇਦਾਰਾਂ ਕੋਲ ਆਹ ਚੀਜ਼ਾਂ ਆ, ਇਹਦੇ ਕੋਲ ਆਹ ਆ। ਚੀਜ਼ਾਂ ਤੁਹਾਨੂੰ ਤੁਹਾਡੇ ਕਰਮਾਂ ਅਨੁਸਾਰ ਪਰਮਾਤਮਾ ਨੇ ਆਪੇ ਹੀ ਦੇ ਦੇਣੀਆਂ। ਇਹ ਨਾਸ਼ਵਾਨ ਆ। ਸੱਚੀ ਭਗਤੀ ਕਰੋ। ਜੇ ਤੁਸੀਂ ਕੋਈ ਵਰਦਾਨ ਵੀ ਮੰਗਦੇ ਆ ਜਾਂ ਕੋਈ ਆਸ਼ੀਰਵਾਦ ਵੀ ਮੰਗਦੇ ਆ, ਉਹਦੇ ਵਿੱਚ ਲਾਲਚ ਨਾ ਹੋਵੇ, ਸਵਾਰਥ ਨਾ ਹੋਵੇ। ਜਕਾਰਾ ਪਾਉਣਾ ਹਰੇ ਬਾਬਾ ਜੀ ਦਾ। ਬੋਲ ਸੱਚੇ ਦਰਬਾਰ ਕੀ ਜੈ।